ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸ਼੍ਰੀ ਗੁਰੂ ਪਿਤਾ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ, ਭਗਤ ਰਵਿਦਾਸ ਜੀ ਦੀ ਬਾਣੀ ਵਿੱਚੋਂ ਦਿੱਤਾ ਹੈ। ਰਾਗ ਸੋਰਠ। ਜੋ ਹਮ ਬਾਂਦੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਗੁਰਮਤਿ ਮਨੋਵਿਗਿਆਨ ਨੇ ਮੋਹ ਦੇ ਕਈ ਅਰਥ ਕਰੇ ਹਨ, ਜਿਵੇਂ ਕਿ ਸਨੇਹ, ਭਰਮ ਭੁਲੇਖਾ, ਅਗਿਆਨ, ਬੇਹੋਸ਼ੀ। ਅਤੇ ਜਿਹੜੀ ਮਾਇਆ ਹੈ ਇਹ ਬੜੀ ਮੋਹਣੀ ਹੈ, ਮਹਾਰਾਜ ਕਹਿੰਦੇ, ਅਤੇ ਇਨਸਾਨ ਨੂੰ ਆਪਣੇ ਆਪ ਵੱਲ ਨੂੰ ਖਿੱਚਦੀ ਹੈ। ਮਾਇਆ ਸੋਹਣੀ ਬਹੁਤ ਲੱਗਦੀ ਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਇਹ ਭਰਮ ਦੇ ਵਿੱਚ ਬੰਦੇ ਨੂੰ ਭੁਲਾਉਂਦੀ ਆ। ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮੋਹ ਦੇ ਵਿੱਚ ਫਸ ਕੇ ਇਨਸਾਨ ਗੱਡ ਜਾਂਦਾ, ਉਹਦੇ ਪੈਰ ਰੁਕ ਜਾਂਦੇ ਨੇ, ਕਦਮ ਚੱਲਦੇ ਨਹੀਂ, ਤਰੱਕੀ ਨਹੀਂ ਹੁੰਦੀ ਉਹਦੀ ਪਰਮਾਤਮਾ ਦੇ ਰਸਤੇ ਦੇ ਉੱਤੇ। ਕਿਉਂਕਿ ਮੈਂ ਮਾਮਤਬ ਤੋਂ ਮੋਹ ਪੈਦਾ ਹੁੰਦਾ, ਮੇਰੇਪਣ ਤੋਂ ਮੋਹ ਪੈਦਾ ਹੁੰਦਾ। ਇਨਸਾਨ ਦੀ ਬਹੁਤ ਸਾਰੀ ਜ਼ਿੰਦਗੀ ਮੈਂ ਕਰਦੇ ਦੀ ਲੰਘ ਜਾਂਦੀ ਆ। ਜੇ ਮੈਂ ਨਾ ਹੋਵਾਂ ਕੁਛ ਨਹੀਂ ਹੋਏਗਾ, ਮੈਂ ਸਾਰਾ ਕੰਮ ਕਰਦਾ। ਸੋ ਮਹਾਰਾਜ ਕਹਿੰਦੇ ਨੇ ਕਿ ਮਾਇਆ ਮੋਹ ਸਰਬ ਜੰਜਾਲਾ। ਤੂੰ ਬਹੁਤ ਸਾਰੇ ਜੰਜਾਲਾਂ ਦੇ ਵਿੱਚ ਫਸ ਜਾਂਦਾ ਭਾਈ, ਜਦੋਂ ਤੂੰ ਮਾਇਆ ਦੇ ਵਿੱਚ ਫਸਦਾ, ਜਦੋਂ ਤੂੰ ਮੋਹ ਦੇ ਵਿੱਚ ਫਸਦਾ। ਅਤੇ ਇਸੇ ਕਰਕੇ ਗੁਰਦੇਵ ਨੇ ਸਾਨੂੰ ਬੜਾ ਪਿਆਰਾ ਸਮਝਾਇਆ ਕਿ ਤੂੰ ਡੁੱਬ ਕਿਉਂ ਗਿਆ, ਮਾਇਆ ਦੇ ਵਿੱਚ ਕਿਉਂ ਡੁੱਬ ਗਿਆ। ਹਮ ਦੇਖਾਂ ਤਹਿ ਡੂਬੀ ਹਲੇ, ਕਿਉਂਕਿ ਮਨ ਏਕ ਨਾ ਚੇਤ ਸਮੂੜ ਮਨਾ। ਤੂੰ ਬੈਲੈਂਸ ਲੂਜ਼ ਕੀਤਾ, ਕਿਉਂਕਿ ਤੈਂ ਇੱਕ ਪਰਮਾਤਮਾ ਦਾ ਬੈਲੈਂਸ ਨਹੀਂ ਰੱਖਿਆ। ਮਨ ਏਕ ਨਾ ਚੇਤਸ, ਇੱਕ ਚੇਤੇ ਵਿੱਚ ਤੈਂ ਪਰਮਾਤਮਾ ਦਾ ਨਹੀਂ ਰੱਖਿਆ, ਇਸ ਕਰਕੇ ਤੇਰਾ ਬੈਲੈਂਸ ਇੰਬੈਲੈਂਸ ਹੋ ਗਿਆ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ। ਇਸੇ ਕਰਕੇ ਤੇਰੇ ਜਿਹੜੇ ਗੁਣ ਸੀ ਨਾ ਉਹ ਗਲ ਗਏ। ਗੁਣ ਗਲਣ ਦੇ ਕਰਕੇ ਭਾਈ ਤੂੰ ਡੁੱਬ ਗਿਆ। ਜਦੋਂ ਕਿਸੇ ਦੇ ਗੁਣ ਗਲ ਜਾਣ, ਉਹ ਇਨਸਾਨ ਕਿਸੇ ਕੰਮ ਦਾ ਨਹੀਂ ਰਹਿੰਦਾ, ਉਹ ਡੁੱਬ ਜਾਂਦਾ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਜ਼ਿੰਦਗੀ ਵਿੱਚ ਤਰੋ ਤਾਜ਼ਗੀ, ਜ਼ਿੰਦਗੀ ਵਿੱਚ ਫਰੈਸ਼ਨੈਸ, ਜ਼ਿੰਦਗੀ ਵਿੱਚ ਚੜ੍ਹਦੀ ਕਲਾ ਸਾਡੇ ਵਿੱਚ ਕਦੋਂ ਆਊਗੀ? ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪ ਜਪ ਕੇ ਗੁਣ ਪੈਦਾ ਕਰਾਂਗੇ। ਗੁਣ ਸਕਿੱਲ ਹੋਰ ਹੁੰਦੀ ਆ, ਗੁਣ ਹੋਰ ਚੀਜ਼ ਹੁੰਦੀ ਆ। ਗੁਣ ਰੱਬੀ ਵਰਦਾਨ ਹੁੰਦਾ, ਸਕਿੱਲ ਹੁੰਦੀ ਆ ਜਿਹੜੀ ਕੁਸ਼ਲਤਾ ਹੁੰਦੀ ਆ, ਤੁਹਾਡੀ ਆਪਣੀ ਕਮਾਈ ਹੁੰਦੀ ਆ। ਸੋ ਭਗਤ ਜੀ ਦੋ ਸ਼ਬਦਾਂ ਦਾ ਸਾਨੂੰ ਤੁਲਨਾਤਮਕ ਉਹ ਦੱਸਦੇ ਨੇ ਕਿ ਇੱਕ ਮੋਹ ਆ ਅਤੇ ਇੱਕ ਪ੍ਰੇਮ ਆ। ਇਹ ਇਸ ਤਰ੍ਹਾਂ ਲੱਗਦੇ ਆ ਜਿਵੇਂ ਭਗਤ ਜੀ ਨੇ ਪ੍ਰਭੂ ਦੇ ਸਾਹਮਣੇ ਖੜ੍ਹ ਕੇ ਗੱਲਬਾਤ ਕਰੀ ਹੁੰਦੀ, ਆਪਸ ਵਿੱਚ ਗੱਲਬਾਤ ਕਰੀ ਹੁੰਦੀ ਆ। ਕਿਉਂਕਿ ਸ਼ਬਦ ਦੀ ਜੋ ਗਹਿਰਾਈ ਆ ਉਹ ਇਸ ਤਰ੍ਹਾਂ ਕਹਿ ਰਹੀ ਆ ਕਿ ਜੋ ਹਮ ਬਾਧੇ ਮੋਹ ਫਾਸ। ਹੇ ਪ੍ਰਭੂ, ਤੂੰ ਸਾਨੂੰ ਨਾ ਮੋਹ ਦੇ ਵਿੱਚ ਬੰਨ੍ਹ ਲਿਆ। ਐਕਚੁਅਲੀ ਤੂੰ ਸਾਨੂੰ ਮੋਹ ਮਮਤਾ ਦੇ ਫਾਸ ਦੇ ਵਿੱਚ ਬੰਨ੍ਹ ਲਿਆ। ਫਾਸ ਹੁੰਦੀ ਆ ਰੱਸੀ ਦੇ ਵਿੱਚ, ਫਾਹੀ ਦੇ ਵਿੱਚ ਤੂੰ ਸਾਨੂੰ ਬੰਨ੍ਹ ਲਿਆ ਹੈ ਨਾ। ਪਰ ਅਸੀਂ ਵੀ ਇੱਕ ਸੰਗਲ ਪਾਇਆ ਤੇਰੇ ਵਾਸਤੇ। ਹਮ ਪ੍ਰੇਮ ਬੰਧਨ ਤੁਮ ਬਾਧੇ। ਅਤੇ ਇਹਦਾ ਮਤਲਬ ਪ੍ਰੇਮ ਅਤੇ ਮੋਹ ਅਤੇ ਪ੍ਰੇਮ ਵਿੱਚ ਕੀ ਹੁੰਦਾ ਫਰਕ? ਮੋਹ ਮੇਰਾ ਹੈਗਾ ਅਤੇ ਪ੍ਰੇਮ ਤੇਰਾ ਹੈਗਾ। ਜਦੋਂ ਕੋਈ ਬੰਦਾ ਪ੍ਰੇਮ ਚੱਲਦਾ, ਉਹ ਸਾਰਾ ਕੁਛ ਤੇਰਾ ਤੇਰਾ ਕਰੇਗਾ। ਮੋਹ ਵਾਲਾ ਬੰਦਾ ਮੇਰਾ ਮੇਰਾ ਕਰੇਗਾ। ਅਤੇ ਜਦੋਂ ਅਸੀਂ ਤੇਰਾ ਤੇਰਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਅਸੀਂ ਐਕਚੁਅਲੀ ਪਰਮਾਤਮਾ ਨੂੰ ਆਪਦੇ ਪ੍ਰੇਮ ਵਿੱਚ ਬੰਨ੍ਹ ਲੈਂਦੇ ਹਾਂ। ਮਹਾਰਾਜ ਕਹਿੰਦੇ ਨੇ ਕਿ ਜੋ ਹਮ ਬਾਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਆਪਣੇ ਛੂਟਣ ਕੋ ਯਤਨ ਕਰੋ। ਹੇ ਪ੍ਰਭੂ, ਤੂੰ ਤੇ ਸਾਨੂੰ ਮੋਹ ਦੇ ਵਿੱਚ ਬੰਨ੍ਹਿਆ ਸੀ ਨਾ, ਅਸੀਂ ਤੈਨੂੰ ਪ੍ਰੇਮ ਵਿੱਚ ਬੰਨ੍ਹ ਲਿਆ। ਹੁਣ ਤੂੰ ਆਪਦੇ ਛੁੱਟਣ ਦਾ ਯਤਨ ਕਰੀ। ਹਮ ਛੁੱਟੇ ਤੁਮ ਆਰਾਧੇ। ਅਸੀਂ ਤੈਨੂੰ ਆਰਾਧ ਕੇ ਛੁੱਟ ਗਏ ਹਾਂ, ਪਰ ਹੁਣ ਤੂੰ ਆਪਣੇ ਵਾਹਿਗੁਰੂ ਛੁੱਟਣ ਦਾ ਪ੍ਰਬੰਧ ਕਰੀ ਪਰਮਾਤਮਾ। ਕਿਉਂਕਿ ਤੇਰੀ ਦਾਤ, ਤੇਰਾ ਦਿੱਤਾ ਹੋਇਆ ਨਾਮ ਜਪ ਕੇ ਅਸੀਂ ਤੇਰੇ ਜੰਗਲ ਵਿੱਚੋਂ, ਤੇਰੇ ਜੰਜਾਲ ਵਿੱਚੋਂ ਛੁੱਟ ਗਏ ਹਾਂ। ਮਾਧਵੇ ਜਾਨਤ ਹਉ ਜੈਸੀ ਤੈਸੀ। ਜਿੰਨੀ ਤੜਫ ਰਿਸ਼ਤੇ ਯਾਦ ਅਤੇ ਪ੍ਰੇਮ ਦੇ ਹੁੰਦੇ ਨੇ, ਮਹਾਰਾਜ ਕਹਿੰਦੇ
ਜਿੰਨਾ ਕਿਸੇ ਦੇ ਨਾਲ ਗਹਿਰਾ ਸਾਡਾ ਪ੍ਰੇਮ ਹੋਵੇਗਾ, ਓਨੀ ਗਹਿਰੀ ਉਹਦੀ ਯਾਦ ਹੋਵੇਗੀ। ਜਿੰਨੀ ਗਹਿਰੀ ਮਹਾਰਾਜ ਕਹਿੰਦੇ ਯਾਦ ਹੋਵੇਗੀ, ਓਨਾ ਗਹਿਰਾ ਪ੍ਰੇਮ ਹੋਵੇਗਾ। ਆਹ ਦੇਖੋ ਸ਼ਬਦ ਵਿੱਚ ਕੀ ਕਹਿੰਦੇ, ਮਾਧਵੇ ਹੇ ਵਾਹਿਗੁਰੂ, ਹੇ ਪ੍ਰਮਾਤਮਾ, ਜਾਣਤ ਹਾਹੋ ਜੈਸੀ ਤੈਸੀ। ਜਿਹੀ ਜੀ ਮੇਰੇ ਹਿਰਦੇ ਵਿੱਚ ਲੱਗੀ ਹੋਈ ਆ, ਉਹੀ ਜੀ ਤੇਰੇ ਵੀ ਲੱਗੀ ਹੋਈ ਆ। ਅਬ ਕਹਾ ਕਰੋਗੇ ਐਸੀ। ਹੁਣ ਮੈਨੂੰ ਪਤਾ ਲੱਗ ਗਿਆ ਵੀ ਤੇਰੇ ਦਿਲ ਵਿੱਚ ਵੀ ਓਨਾ ਹੀ ਮੇਰੇ ਪ੍ਰਤੀ ਪਿਆਰ ਆ, ਜਿੰਨਾ ਮੇਰੇ ਦਿਲ ਵਿੱਚ ਓਨਾ ਪ੍ਰੇਮ ਹੋਇਆ ਹੋਇਆ। ਪਰ ਹੁਣ ਤੂੰ ਦੁਬਾਰਾ ਸਾਨੂੰ ਇਹ ਚੱਕਰ 'ਚ ਨਹੀਂ ਪਾਏਂਗਾ। ਸਾਨੂੰ ਪਤਾ ਪ੍ਰਭੂ, ਤੂੰ ਦੁਬਾਰਾ ਸਾਨੂੰ ਜਨਮ ਮਰਨ ਦੇ ਮੋਹ ਮਮਤਾ ਦੇ ਚੱਕਰ ਵਿੱਚ ਨਹੀਂ ਫਸਾਏਂਗਾ। ਅਤੇ ਫਿਰ ਉਹ ਇੱਕ ਐਗਜ਼ਾਮਪਲ ਦਿੰਦੇ ਨੇ, ਪ੍ਰੇਮ ਦੀ ਇੱਕ ਐਗਜ਼ਾਮਪਲ ਦਿੰਦੇ ਨੇ ਵੀ ਪ੍ਰੇਮ ਕੀ ਹੁੰਦਾ। ਕਹਿੰਦੇ ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਧ ਕੀਓ ਬਹੁ ਬਾਨੀ। ਕਿਸੇ ਫੰਦਕ ਨੇ ਮੀਨ ਕੱਟੀ, ਕੱਟ ਕੇ ਕੁੰਡੀ 'ਚ ਫਸਾ ਕੇ ਵੱਡੀ, ਉਹਨੂੰ ਰਿੰਨਿਆ ਪਹਿਲਾਂ, ਹੈ ਨਾ, ਅਤੇ ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਇੱਥੇ ਸ਼ਬਦ ਦਾ ਅਰਥ ਇਹ ਬਣ ਗਿਆ ਕਿ ਸਾਡਾ ਗੁਰਬਾਣੀ ਦੇ ਨਾਲ ਪ੍ਰੇਮ ਕਿੰਨਾ ਹੋਣਾ ਚਾਹੀਦਾ, ਕਿ ਅਸੀਂ ਗੁਰਬਾਣੀ ਵਿੱਚ ਜੀਏ, ਸਾਡੇ ਜੀਵਨ ਵਿੱਚ ਗੁਰਬਾਣੀ ਵਰਤੇ, ਜਿਵੇਂ ਇਹ ਮੱਛੀ ਦੀ ਜ਼ਿੰਦਗੀ ਵਿੱਚ ਪਾਣੀ ਵਰਤਿਆ ਹੋਇਆ। ਇਤਿਹਾਸ ਦੀ ਇੱਕ ਬੜੀ ਪਿਆਰੀ ਸਾਖੀ ਸਾਹਮਣੇ ਆਉਂਦੀ ਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਚਾਂਦਨੀ ਚੌਕ ਦੇ ਵਿੱਚ ਕੱਟਣਾ ਸ਼ੁਰੂ ਕੀਤਾ ਆਰੇ ਦੇ ਨਾਲ, ਅਤੇ ਉਹਨਾਂ ਨੇ ਪਾਠ ਸ਼ੁਰੂ ਕੀਤਾ ਜਪਜੀ ਸਾਹਿਬ ਦਾ। ਕਹਿੰਦੇ ਨੇ ਕਿ 5 ਪ੍ਰਵਾਨ 'ਤੇ ਆ ਕੇ ਉਹਨਾਂ ਦਾ ਸਰੀਰ 2 ਫਾੜ ਹੋ ਕੇ ਡਿੱਗ ਪਿਆ, ਅਤੇ ਫਿਰ ਦੋਨੋਂ ਫਾੜਾਂ ਹੋਏ ਸਰੀਰ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ, ਅਤੇ ਜਿਵੇਂ 2 ਜਾਣੇ ਪਾਠ ਪੜ੍ਹ ਰਹੇ ਹੁੰਦੇ ਨੇ, ਹੈ ਨਾ। ਫਾਂਕਿਓ ਦਾ ਮਤਲਬ ਹੁੰਦਾ 2 ਫਾੜ ਕਰ ਦੇਣਾ, ਅਤੇ ਉਸ ਬੰਧਕ ਨੇ ਜਿਹੜੀ ਮੱਛੀ ਫੜੀ ਸੀ ਉਹ 2 ਫਾੜ ਕਰਤੀ, ਪਰ ਉਹਨੂੰ ਪਾਣੀ ਨਹੀਂ ਭੁੱਲਿਆ ਹੈਗਾ। ਸਾਡੇ ਵੀ ਕੋਈ 2 ਫਾੜ ਕਰ ਦੇਵੇ, ਸਾਨੂੰ ਬਾਣੀ ਨਹੀਂ ਭੁੱਲਣੀ ਚਾਹੀਦੀ। ਔਰ ਕਾਟਿਓ, ਕਹਿੰਦੇ ਕੱਟਣਾ। ਭਾਈ ਮਨੀ ਸਿੰਘ ਨੂੰ ਜਦੋਂ ਜਲਾਦ ਉਸ ਦਾ ਗੁੱਟ ਕੱਟਣ ਲੱਗਾ, ਅਤੇ ਉਹਨੇ ਕਿਹਾ ਨਾ ਇੱਥੋਂ ਨਾ ਕੱਟ, ਤੂੰ ਬੰਦ ਕੱਟਣਾ ਸ਼ੁਰੂ ਕਰ। ਇਤਿਹਾਸ ਇਸ ਗੱਲ ਦੀ ਸਾਖੀ ਭਰਦਾ ਹੈ, ਜ਼ਮਾਨਤ ਭਰਦਾ ਹੈ ਕਿ ਜਦੋਂ 8ਵੀਂ ਅਸ਼ਟਪਦੀ ਦੀ ਪੌੜੀ ਆਈ, ਅਸ਼ਟਪਦੀ ਆਈ, ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਕਹਿੰਦੇ ਉਹਨਾਂ ਦਾ ਸਾਰਾ ਸਰੀਰ ਕੱਟਿਆ ਗਿਆ, ਪਰ ਕੱਟੇ ਹੋਏ ਸਰੀਰ ਦੇ ਟੁਕੜਿਆਂ ਵਿੱਚੋਂ ਵੀ ਸੁਖਮਨੀ ਸਾਹਿਬ ਦੀ ਆਵਾਜ਼ ਆਉਂਦੀ ਰਹੀ, ਜਿੰਨਾ ਚਿਰ ਤੱਕ ਸੁਖਮਨੀ ਸਾਹਿਬ ਪੂਰਾ ਨਹੀਂ ਹੋਇਆ। ਅਤੇ ਇਹ ਬਿਊਟੀ ਦੀਆਂ ਗੱਲਾਂ ਨੇ। ਮਹਾਰਾਜ ਕਹਿੰਦੇ ਨੇ ਵੀ ਜਿਹੜੀ ਮੱਛੀ ਪਾਣੀ 'ਚੋਂ ਬਾਹਰ ਹੋ ਕੇ ਜੀਂਦੀ ਆ, ਉਹ ਮੱਛੀ ਨਹੀਂ ਹੈਗੀ, ਉਹ ਕੋਈ ਹੋਰ ਸੁੰਡ ਸੰਡ ਜ਼ਰੂਰ ਹੋਊਗਾ, ਹੈ ਨਾ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਗੁਰਬਾਣੀ ਤੋਂ ਬਿਨਾਂ ਜੀਂਦਾ, ਹੁਣ ਪਤਾ ਨਹੀਂ ਫਿਰ ਉਹ ਕੀ ਹੋਊਗਾ। ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਇਹ ਸ਼ਬਦ, ਮੈਂ ਕਿਹੜਾ ਸ਼ਬਦ ਵਰਤਾਂ ਇਹਦੇ ਵਾਸਤੇ। ਅਤੇ ਮਹਾਰਾਜ ਕਹਿੰਦੇ ਨੇ ਕਿ ਰਾਂਦ ਕੀਓ ਬਹੁ ਬਾਨੀ। ਰਾਂਦ ਉਹਨੇ ਰਿੰਨ ਕੇ, ਕਹਿੰਦੇ ਉਹਦੀ ਰਿੰਨਣਾ ਸ਼ੁਰੂ ਕੀਤਾ। ਮੰਨਿਆ ਜਾਂਦਾ ਹੈ ਕਿ ਭਾਈ ਦਿਆਲਾ ਜੀ ਨੂੰ ਵੀ ਦੇਗ ਵਿੱਚ ਉਬਾਲਿਆ ਗਿਆ, ਅਤੇ ਬਾਅਦ ਵਿੱਚ ਵੀ ਉਹ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ, ਹੈ ਨਾ। ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਭਗਤ ਜੀ ਕਹਿੰਦੇ ਨੇ ਕਿ ਆਪਨ ਬਾਹੇ ਆਪਨ ਬਾਪੈ ਨਾਹੀ ਕਿਸੀ ਕੋ। ਪਰਮਾਤਮਾ ਕਿਸੇ ਦੇ ਬਾਪ ਦਾ ਨਹੀਂ ਹੈਗਾ, ਭਾਵਨ ਕੋ ਹਰ ਰਾਜਾ। ਜਿਹਦੇ ਹਿਰਦੇ ਵਿੱਚ ਪਿਆਰ ਆ, ਇਹਨੂੰ ਕੋਈ ਮਰਜ਼ੀ ਪਿਆਰ ਕਰ ਲੇ, ਇਹ ਉਹਦਾ ਹੀ ਹੋ ਜਾਏਗਾ ਪਰਮਾਤਮਾ। ਇਹ ਆਪਨ ਬਾਪੇ ਨਾ ਹੀ ਕਿਸੇ ਕੋ, ਕਿਸੇ ਦੇ ਬਾਪ ਦਾ ਨਹੀਂ ਹੈਗਾ। ਮੋਹ ਪਟਲ ਸਭ ਜਗਤ ਵਿਆਪਿਓ। ਇਹ ਮੋਹ ਦੇ ਵਿੱਚ ਸਾਰਾ ਜਗਤ ਵਿਆਪਿਆ ਹੋਇਆ। ਭਗਤ ਨਹੀਂ ਸੰਤਾਪਾ। ਕਲੇਸ਼ ਹੁੰਦਾ ਸੰਤਾਪ, ਭਗਤ ਨੂੰ ਕਲੇਸ਼ ਨਹੀਂ ਲੱਗਦਾ। ਉਹ ਆਪਣੀ ਦੁਨੀਆ ਦੇ ਵਿੱਚ ਨਿਰਲੇਪ ਰਹਿੰਦਾ, ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਉਹ ਕਿਸੇ ਦੇ ਨਾਲ ਟੱਚ ਨਹੀਂ ਕਰਦਾ। ਕਹਿ ਰਵਿਦਾਸ ਭਗਤ ਇੱਕ ਬਾਡੀ, ਅਬ ਇਹ ਕਾ ਸਿਉਂ ਕਹੀਏ। ਮੇਰੇ ਹਿਰਦੇ ਵਿੱਚ ਪ੍ਰਭੂ ਤੇਰੇ ਪ੍ਰੇਮ ਦੀ ਭਗਤੀ ਆ ਜਿਹੜੀ ਬਾਡੀ ਹੈ। ਬਾਡੀ ਦਾ ਮਤਲਬ ਵਧੀਆ। ਜਾ ਕਾਰਨ ਹਮ ਤੁਮ ਅਰਾਧੇ, ਸੋ ਦੁੱਖ ਅੱਜ ਹੂੰ ਸਹੀ ਹੈ। ਹੇ ਵਾਹਿਗੁਰੂ, ਅਸੀਂ ਤੈਨੂੰ ਅਰਾਧਿਆ, ਤੇਰਾ ਪ੍ਰੇਮ ਕੀਤਾ, ਤੈਨੂੰ ਮੁਹੱਬਤ ਕੀਤੀ। ਸਾਨੂੰ ਪਤਾ ਹੈ ਪਰਮਾਤਮਾ, ਹੁਣ ਤੂੰ ਦੁਬਾਰਾ ਸਾਨੂੰ ਇਸ ਦੁੱਖ ਦੇ ਵਿੱਚ ਨਹੀਂ ਪਾਏਗਾ। ਸੋ ਦੁੱਖ ਅੱਜ ਹੂੰ ਸਹੀ ਹੈ। ਇਹ ਕੁਐਸਚਨ ਮਾਰਕ ਆ ਵੀ ਸਾਨੂੰ ਦੁਬਾਰਾ ਤੂੰ ਪ੍ਰਭੂ ਦੁੱਖ ਦੇ ਵਿੱਚ ਨਹੀਂ ਪਾਏਗਾ। ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ।